ਕਰਾਂਗੇ ਮੁੜ ਤੋਂ ਕਾਂਗਰਸ ਦੀ ਜਿਸ ਦੇ ਵਿੱਚ ਬਗਾਵਤ ਆਊਟ ਆਫ ਕੰਟਰੋਲ ਨਜ਼ਰ ਆ ਰਹੀ ਹੈ ਪਰ ਡੈਮੇਜ ਕੰਟਰੋਲ ਕਿਵੇਂ ਹੋਏਗਾ ਇਹ ਵੱਡਾ ਸਵਾਲ ਹੈ। ਬਿਲਕੁਲ ਕਈ ਅਜਿਹੇ ਆਗੂ ਨੇ ਜਿਨ੍ਹਾਂ ਨੂੰ ਟਿਕਟ ਨਹੀਂ ਮਿਲੀ ਕਾਂਗਰਸ ਦੇ ਵਿੱਚ ਤੇ ਉਹਨਾਂ ਨੇ ਬਗਾਵਤ ਖੋਲ ਦਿੱਤੀ ਹੈ। ਕਈ ਉਹ ਸ਼ਖਸ ਨੇ ਕਈ ਉਹ ਲੀਡਰ ਨੇ ਜਿਨ੍ਹਾਂ ਨੇ ਆਜ਼ਾਦ ਉਮੀਦਵਾਰਾਂ ਦੇ ਵਜੋਂ ਕਾਗਜ਼ ਭਰੇ ਨੇ ਕਈ ਹਲਕਿਆਂ ਦੇ ਵਿੱਚ। ਬਾਗੀਆਂ ਨੇ ਕਾਂਗਰਸ ਦੀ ਪਰੇਸ਼ਾਨੀ ਵਧਾ ਦਿੱਤੀ ਹੈ। ਕਈ ਉਹ ਚਿਹਰੇ ਵੀ ਨੇ ਜਿਹੜੇ ਦੂਸਰੀਆਂ ਪਾਰਟੀਆਂ ਦੇ ਵਿੱਚ ਚਲੇ ਗਏ। ਬਿਲਕੁਲ ਅਸ਼ਦੀਪ ਨਾਲ ਸਵਾਲ ਇਹ ਵੀ ਹੈ ਕਿ ਜਿਹੜੇ ਬਾਗੀ ਨੇ ਜਿਨ੍ਹਾਂ ਨੂੰ ਟਿਕਟ ਨਹੀਂ ਮਿਲੀ ਪਰ ਉਹਨਾਂ ਨੂੰ ਜਿਸ ਤਰ੍ਹਾਂ ਦੀ ਮਨਾਉਣ ਦੀ ਕਵਾਇਦ ਕੋਸ਼ਿਸ਼ ਹੋਣੀ ਚਾਹੀਦੀ ਸੀ ਉਹ ਵੀ ਕਿਤੇ ਨਜ਼ਰ ਨਹੀਂ ਆਈ ਕਿਉਂਕਿ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਨੇ ਨਵਜੋਤ ਸਿੰਘ ਸਿੱਧੂ। ਜਦੋਂ ਵੀ ਕਿਸੇ ਸਟੇਟ ਦਾ ਕੋਈ ਪ੍ਰਧਾਨ ਹੁੰਦਾ ਹੈ ਪਾਰਟੀ ਦਾ ਤਾਂ ਉਹਦਾ ਵੀ ਇੱਕ ਫਰਜ਼ ਬਣਦਾ ਹੈ ਕਿ ਜੇਕਰ ਕਿਸੇ ਨੂੰ ਕੋਈ ਟਿਕਟ ਨਹੀਂ ਮਿਲਦੀ ਜਾਂ ਕਿਸੇ ਦੀ ਕੋਈ ਨਾਰਾਜ਼ਗੀ ਹੈ ਤਾਂ ਉਸ ਦੀ ਨਾਰਾਜ਼ਗੀ ਦੂਰ ਕੀਤੀ ਜਾਵੇ। ਹਾਲਾਂਕਿ ਮਹਿੰਦਰ ਕੇਪੀ ਦੀ ਨਾਰਾਜ਼ਗੀ ਦੂਰ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਗਈ। ਰਾਜਕੁਮਾਰ ਵੇਰਕਾ ਘਰ ਵੀ ਪਹੁੰਚਦੇ ਨੇ, ਇਹ ਵੀ ਕਿਹਾ ਜਾਂਦਾ ਹੈ ਕਿ ਗਲਤੀ ਦਰੁਸਤ ਕੀਤੀ ਜਾਵੇਗੀ ਪਰ ਗਲਤੀ ਦਰੁਸਤ ਨਹੀਂ ਹੋਈ ਤਾਂ ਆਖਿਰਕਾਰ ਮਹਿੰਦਰ ਕੇਪੀ ਨੂੰ ਇਹ ਕਹਿਣਾ ਪਿਆ ਕਿ ਪਾਰਟੀ ਨੇ ਉਹਨਾਂ ਨੂੰ ਜਲੀਲ ਕੀਤਾ। ਹਾਲਾਤ ਇਹ ਬਣ ਗਏ ਕਿ ਦੋਵੇਂ ਹੀ ਆਗੂ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਲਈ ਪਹੁੰਚ ਗਏ। ਬਿਲਕੁਲ ਮਹਿੰਦਰ ਕੇਪੀ ਦੇ ਮਾਮਲੇ ਦੇ ਵਿੱਚ ਸਭ ਤੋਂ ਵੱਧ ਸਸਪੈਂਸ ਸੀ ਖਾਸ ਕਰਕੇ ਜਦ ਇਹ ਹੋਇਆ ਕਿ ਕੱਲ ਇਹ ਖਬਰਾਂ ਆਈਆਂ ਕਿ ਮਹਿੰਦਰ ਕੇਪੀ ਨੂੰ ਦੁਬਾਰਾ ਟਿਕਟ ਦਿੱਤੀ ਜਾ ਰਹੀ ਹੈ। ਟਿਕਟ ਕਰਕੇ ਤੁਹਾਨੂੰ ਤਸਵੀਰ ਦੱਸਦੇ ਹਾਂ ਆਖਿਰਕਾਰ ਕਿ ਕੌਣ ਬਾਗੀ ਹੈ, ਕਿਸ ਤਰ੍ਹਾਂ ਬਾਗੀ ਹੈ ਤੇ ਕਿਵੇਂ ਕਾਂਗਰਸ ਵਰਸਸ ਕਾਂਗਰਸ ਹੀ ਵੱਖ-ਵੱਖ ਹਲਕਿਆਂ ਦੇ ਵਿੱਚ ਨਜ਼ਰ ਆ ਰਿਹਾ ਹੈ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਬੱਸੀ ਪਠਾਣਾ ਹਲਕਾ ਦੀ। ਬੱਸੀ ਪਠਾਣਾ ਹਲਕਾ ਦੀ ਚਰਚਾ ਬਹੁਤ ਹੋਈ। ਚਰਚਾ ਇਸ ਕਰਕੇ ਹੈ ਕਿ ਸੀਐਮ ਚਰਨਜੀਤ ਚੰਨੀ ਦੇ ਭਰਾ ਹੀ ਹੁਣ ਆਜ਼ਾਦ ਚੋਣ ਮੈਦਾਨ ਦੇ ਵਿੱਚ ਨਿਤਰੇ ਹੋਏ ਨੇ ਕਿਉਂਕਿ ਬੱਸੀ ਪਠਾਣਾ ਤੋਂ ਦਾਅਵੇਦਾਰੀ ਜਤਾਈ ਜਾ ਰਹੀ ਸੀ ਡਾਕਟਰ ਮਨੋਹਰ ਸਿੰਘ ਜਿਹੜੇ ਕਿ ਚਰਨਜੀਤ ਚੰਨੀ ਦੇ ਭਰਾ ਨੇ ਪਰ ਪਾਰਟੀ ਨੇ ਕਹਿ ਦਿੱਤਾ, ਕਾਂਗਰਸ ਨੇ ਕਹਿ ਦਿੱਤਾ ਕਿ ਇੱਕ ਪਰਿਵਾਰ ਚੋਂ ਇੱਕ ਮੈਂਬਰ ਨੂੰ ਟਿਕਟ ਮਿਲੇਗੀ। ਇਸੇ ਕਰਕੇ ਹੁਣ ਆਜ਼ਾਦ ਚੋਣ ਲੜ ਰਹੇ ਨੇ। ਬਿਲਕੁਲ ਡਾਕਟਰ ਮਨੋਹਰ ਸਿੰਘ ਸੀਐਮ ਚਰਨਜੀਤ ਸਿੰਘ ਚੰਨੀ ਦੇ ਭਰਾ ਨੇ ਤੇ ਸੀਐਮ ਚੰਨੀ ਦਾ ਇਹ ਬਿਆਨ ਵੀ ਆਇਆ ਸੀ ਜਦ ਉਹਨਾਂ ਨੂੰ ਪੱਤਰਕਾਰਾਂ ਨੇ ਸਵਾਲ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਮੇਰੇ ਘਰ ਦਾ ਮਾਮਲਾ ਹੈ, ਜੁਆਇੰਟ ਫੈਮਿਲੀ ਹੈ, ਅਸੀਂ ਆਪਣੇ ਆਪ ਨਿਬੇੜ ਲਵਾਂਗੇ। ਲੇਕਿਨ ਉਹ ਨਿਬੜਦਾ ਨਜ਼ਰ ਨਹੀਂ ਆਇਆ। ਆਜ਼ਾਦ ਉਮੀਦਵਾਰ ਦੇ ਤੌਰ ਤੇ ਮੁੱਖ ਮੰਤਰੀ ਦੇ ਭਰਾ ਨੇ ਨੋਮੀਨੇਸ਼ਨ ਦਾਖਲ ਕਰ ਦਿੱਤੇ ਨੇ ਤਾਂ ਇਹ ਸੀਟ ਹੈ ਬੱਸੀ ਪਠਾਣਾ ਦੀ ਜਿੱਥੋਂ ਡਾਕਟਰ ਮਨੋਹਰ ਸਿੰਘ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਮੈਦਾਨ ਦੇ ਵਿੱਚ ਉਤਰੇ ਨੇ। ਤਸਵੀਰ ਬੜੀ ਦਿਲਚਸਪ ਹੈ ਬੱਸੀ ਪਠਾਣਾ ਦੀ। ਅਰਸ਼ ਦੇਖਿਆ ਜਾਵੇ ਤਾਂ ਕਾਂਗਰਸ ਦੇ ਉਮੀਦਵਾਰ ਤਾਂ ਗੁਰਪ੍ਰੀਤ ਜੀਪੀ ਨੇ। ਹਾਲਾਂਕਿ ਇਹਨਾਂ ਦਾ ਪੱਤਾ ਕੱਟਣ ਦੀ ਬਹੁਤ ਕੋਸ਼ਿਸ਼ ਕੀਤੀ ਗਈ, ਡਾਕਟਰ ਮਨੋਹਰ ਸਿੰਘ ਦੇ ਵੱਲੋਂ ਦਾਅਵੇਦਾਰੀ ਵੀ ਜਤਾਈ ਗਈ ਪਰ ਟਿਕਟ ਨਹੀਂ ਮਿਲੀ ਤੇ ਹਾਲਾਤ ਇਹ ਨੇ ਬੱਸੀ ਪਠਾਣਾ ਦੇ ਕਿ ਕਾਂਗਰਸ ਵਰਸਸ ਕਾਂਗਰਸ ਹੀ ਨਜ਼ਰ ਆ ਰਿਹਾ। ਇੱਕ ਪਾਸੇ ਤਾਂ ਜਿਹੜੇ ਕਾਂਗਰਸ ਦੇ ਉਮੀਦਵਾਰ ਨੇ ਟਿਕਟ ਮਿਲ ਗਈ ਗੁਰਪ੍ਰੀਤ ਜੀਪੀ ਨੂੰ ਤੇ ਦੂਜੇ ਪਾਸੇ ਡਾਕਟਰ ਮਨੋਹਰ ਸਿੰਘ ਆਜ਼ਾਦ ਉਮੀਦਵਾਰ ਵਜੋਂ ਸੀਐਮ ਚਰਨਜੀਤ ਚੰਨੀ ਦੇ ਭਰਾ ਆਜ਼ਾਦ ਉਮੀਦਵਾਰ ਦੇ ਵਜੋਂ ਨਿਤਰੇ ਹੋਏ ਨੇ ਬੱਸੀ ਪਠਾਣਾ ਦੇ ਵਿੱਚ ਤੇ ਕਾਂਗਰਸ ਵਰਸਸ ਕਾਂਗਰਸ ਸਾਫ਼ ਤੌਰ ਤੇ ਦੇਖਿਆ ਜਾ ਰਿਹਾ ਹੈ। ਜੀਪੀ ਦੀ ਜਦ ਟਿਕਟ ਅਨਾਉਂਸ ਹੋਈ ਉਸੇ ਦਿਨ ਤੋਂ ਰੌਲਾ ਪੈਣਾ ਸ਼ੁਰੂ ਹੋ ਗਿਆ ਸੀ। ਹਾਲਾਂਕਿ ਗੁਰਪ੍ਰੀਤ ਜੀਪੀ ਨੇ ਇਹ ਵੀ ਦਾਵਾ ਕੀਤਾ ਸੀ ਕਿ ਮੈਂ ਤਾਂ ਮੁੱਖ ਮੰਤਰੀ ਦੇ ਉਹਨਾਂ ਦੇ ਸਕੇ ਭਰਾ ਨਾਲੋਂ ਵੀ ਵੱਧ ਕਲੋਜ਼ ਹਾਂ, ਉਹ ਤਾਂ ਮੈਨੂੰ ਸਕੇ ਭਰਾਵਾਂ ਨਾਲੋਂ ਵੀ ਵੱਧ ਮੰਨਦੇ ਨੇ। ਤਾਂ ਇਹ ਤਸਵੀਰ ਹੈ ਬੱਸੀ ਪਠਾਣਾ ਹਲਕੇ ਦੀ ਜਿੱਥੇ ਕਾਂਗਰਸੀ ਹੀ ਇੱਕ ਤਰੀਕੇ ਦੇ ਨਾਲ ਆਪਣੇ ਇੱਕ ਦੂਸਰੇ ਦੇ ਬਰਾਬਰ ਖੜੇ ਹੋਏ ਨੇ, ਇੱਕ ਆਮੋ ਸਾਹਮਣੇ ਖੜੇ ਹੋਏ ਨੇ। ਅਗਲੀ ਗੱਲ ਕਰਦੇ ਹਾਂ, ਅਗਲੇ ਹਲਕੇ ਦੀ ਗੱਲ ਕਰਦੇ ਹਾਂ। ਇਹ ਵੀ ਬਹੁਤ ਦਿਲਚਸਪ ਹੈ ਸੁਲਤਾਨਪੁਰ ਲੋਧੀ। ਦਰਸ਼ਕ ਵੀ ਬੜੇ ਵਿਸਥਾਰ ਦੇ ਨਾਲ ਜਾਣਦੇ ਹੋਣਗੇ ਕਿ ਲਗਾਤਾਰ ਦੁਆਬੇ ਦਾ ਕਲੇਸ਼, ਇਸ ਸੀਟ ਨੂੰ ਲੈ ਕੇ ਕਲੇਸ਼ ਸਾਫ਼ ਤੌਰ ਤੇ ਨਜ਼ਰ ਆਇਆ ਤੇ ਹਾਲਾਤ ਹੁਣ ਇਹ ਨੇ ਸੁਲਤਾਨਪੁਰ ਲੋਧੀ ਦੇ ਕਿ ਰਾਣਾ ਇੰਦਰ ਪ੍ਰਤਾਪ ਕੈਬਨਿਟ ਮੰਤਰੀ ਰਾਣਾ ਗੁਰਜੀਤ ਦੇ ਪੁੱਤਰ ਨੇ। ਰਾਣਾ ਗੁਰਜੀਤ ਖੁਦ ਤਾਂ ਕਪੂਰਥਲਾ ਤੋਂ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ਤੇ ਚੋਣ ਲੜ ਰਹੇ ਨੇ ਪਰ ਉਹਨਾਂ ਦੇ ਪੁੱਤਰ ਸੁਲਤਾਨਪੁਰ ਲੋਧੀ ਦੇ ਵਿੱਚ ਆਜ਼ਾਦ ਚੋਣ ਮੈਦਾਨ ਦੇ ਵਿੱਚ ਨੇ। ਇੱਥੇ ਵੀ ਉਹੀ ਫਾਰਮੂਲੇ ਦਾ ਹਵਾਲਾ ਦਿੱਤਾ ਗਿਆ ਕਿ ਇੱਕ ਪਰਿਵਾਰ ਚੋਂ ਇੱਕ ਮੈਂਬਰ ਨੂੰ ਟਿਕਟ ਦਿੱਤੀ ਜਾਵੇਗੀ। ਬਿਲਕੁਲ ਟਿਕਟ ਨਹੀਂ ਦਿੱਤੀ ਗਈ ਲੇਕਿਨ ਰਾਣਾ ਗੁਰਜੀਤ ਦੇ ਬੇਟੇ ਨੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਨੋਮੀਨੇਸ਼ਨ ਦਾਖਲ ਕਰ ਦਿੱਤੀ ਹੈ ਤੇ ਇੱਥੇ ਨਵਤੇਜ ਚੀਮਾ ਦੇ ਵੱਲੋਂ ਵਿਰੋਧ ਜ਼ਰੂਰ ਹੋਇਆ ਲੇਕਿਨ ਉਸ ਵਿਰੋਧ ਦਾ ਲੱਗਦਾ ਹੈ ਕੋਈ ਫਾਇਦਾ ਨਹੀਂ ਹੋਇਆ। ਰਾਣਾ ਗੁਰਜੀਤ ਨੇ ਦਾਅਵਾ ਕੀਤਾ ਕਿ ਮੈਂ ਕਾਂਗਰਸ ਹਾਰਦੀ ਨਹੀਂ ਦੇਖ ਸਕਦਾ, ਇਸ ਕਰਕੇ ਮੇਰੇ ਬੇਟੇ ਉਮੀਦਵਾਰ ਹੋਣਗੇ ਤੇ ਜੇ ਮੇਰਾ ਬੇਟਾ ਜਿੱਤਦਾ ਹੈ ਕਾਂਗਰਸ ਦੀ ਹੀ ਜਿੱਤ ਹੋਏਗੀ। ਇੱਥੋਂ ਤੱਕ ਉਹਨਾਂ ਨੇ ਦਾਅਵਾ ਕੀਤਾ ਸੀ ਕਿ ਕਾਂਗਰਸ ਦੀ ਹੀ ਝੋਲੀ ਸਵਾਲ ਇਹ ਹੈ ਕਿ ਕਾਂਗਰਸ ਦੀ ਜਿੱਤ ਵੀ ਕਿਵੇਂ ਹੋਏਗੀ ਜੇਕਰ ਉਹਨਾਂ ਦਾ ਪੁੱਤਰ ਆਜ਼ਾਦ ਉਮੀਦਵਾਰ ਦੇ ਵਜੋਂ ਚੋਣ ਲੜ ਰਿਹਾ ਹੈ। ਕਾਂਗਰਸ ਦੇ ਉਮੀਦਵਾਰ ਨਵਤੇਜ ਸਿੰਘ ਚੀਮਾ ਨੇ ਹਾਲਾਂਕਿ ਬਿਆਨ ਆਪਣੇ ਆਪ ਦੇ ਵਿੱਚ ਹੀ ਬੜਾ ਸਵਾਲ ਖੜੇ ਕਰਦਾ ਹੈ। ਸੁਲਤਾਨਪੁਰ ਲੋਧੀ ਦੇ ਵਿੱਚ ਨਜ਼ਰ ਆਏਗੀ ਨਵਤੇਜ ਚੀਮਾ ਵਿਧਾਇਕ ਵੀ ਨੇ ਤੇ ਕਾਂਗਰਸ ਦੇ ਇਸ ਵਾਰ ਦੇ ਉਮੀਦਵਾਰ ਵੀ ਨੇ ਤੇ ਉਹਨਾਂ ਦੇ ਬਰਾਬਰ ਕਾਂਗਰਸ ਤੋਂ ਬਾਗੀ ਰਾਣਾ ਇੰਦਰ ਪ੍ਰਤਾਪ ਰਾਣਾ ਗੁਰਜੀਤ ਦੇ ਬੇਟੇ ਉਹਨਾਂ ਦੇ ਮੁਕਾਬਲੇ ਦੇ ਵਿੱਚ ਆ ਖੜੇ ਹੋਏ ਨੇ ਤੇ ਇਹ ਆਜ਼ਾਦ ਉਮੀਦਵਾਰ ਦੇ ਵਜੋਂ ਚੋਣ ਲੜਨਗੇ। ਹਾਲਾਂਕਿ ਰਾਣਾ ਗੁਰਜੀਤ ਉਹੀ ਦਾਵਾ ਜਿਹੜਾ ਜਿਸ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਕਿ ਇਹ ਜਿੱਤ ਕਾਂਗਰਸ ਦੀ ਹੀ ਝੋਲੀ ਪਏਗੀ। ਉਹਨਾਂ ਨੇ ਕਿਹਾ ਕਿ ਮੈਂ ਹਰ ਦਿਨ ਦੇਖ ਸਕਦਾ ਸੁਲਤਾਨਪੁਰ ਲੋਧੀ ਚ ਕਾਂਗਰਸ ਵਰਸਸ ਕਾਂਗਰਸ। ਨਵਤੇਜ ਚੀਮਾ ਕਾਂਗਰਸ ਦੇ ਉਮੀਦਵਾਰ, ਰਾਣਾ ਇੰਦਰ ਪ੍ਰਤਾਪ ਕਾਂਗਰਸ ਦੇ ਬਾਗੀ ਆਜ਼ਾਦ ਉਮੀਦਵਾਰ ਦੇ ਵਜੋਂ ਚੋਣ ਲੜ ਰਹੇ ਨੇ। ਹਾਲਾਂਕਿ ਉਹਨਾਂ ਦੇ ਪਿਤਾ ਕਪੂਰਥਲਾ ਤੋਂ ਕਾਂਗਰਸ ਦੇ ਉਮੀਦਵਾਰ ਨੇ, ਕਾਂਗਰਸ ਦੇ ਚੋਣ ਨਿਸ਼ਾਨ ਤੇ ਚੋਣ ਲੜ ਰਹੇ ਨੇ। ਨਾਲ ਅਸੀਂ ਇਹ ਵੀ ਜ਼ਿਕਰ ਕਰ ਰਹੇ ਹਾਂ ਕਿ ਇਹ ਵੀ ਬੜਾ ਸਵਾਲ ਹੈ ਕਿ ਡੈਮੇਜ ਕੰਟਰੋਲ ਕਰਨ ਦੀ ਉਸ ਪੱਧਰ ਦੀ ਕੋਸ਼ਿਸ਼ ਕਿਉਂ ਨਹੀਂ ਹੋਈ
ਜਾਂ ਮਨਾਉਣ ਦੀ ਕੋਸ਼ਿਸ਼ ਕਿਉਂ ਨਹੀਂ ਹੋਈ? ਇਕੱਲੀ ਸੁਲਤਾਨਪੁਰ ਲੋਧੀ ਦੀ ਗੱਲ ਨਹੀਂ ਆ, ਬਹੁਤ ਸਾਰੇ ਅਜਿਹੇ ਹਲਕੇ ਨੇ। ਇੱਥੇ ਤਾਂ ਇਸ ਤਰੀਕੇ ਦੀਆਂ ਵੀ ਚੀਜ਼ਾਂ ਨਜ਼ਰ ਆਈਆਂ ਸੀ। ਨਵਤੇਜ ਚੀਮਾ ਤੇ 3 ਹੋਰ ਵਿਧਾਇਕਾਂ ਨੇ ਚਿੱਠੀ ਤੱਕ ਲਿਖ ਦਿੱਤੀ ਸੀ ਕਿ ਰਾਣਾ ਗੁਰਜੀਤ ਨੂੰ ਪਾਰਟੀ ਚੋਂ ਕੱਢ ਦਿੱਤਾ ਜਾਵੇ। ਹਾਲਾਂਕਿ ਉਸ ਅਜਿਹਾ ਵੀ ਕੁਝ ਨਹੀਂ ਹੋਇਆ। ਬਿਲਕੁਲ ਉਹਨਾਂ ਨੇ ਬਦਲੇ ਦੇ ਵਿੱਚ ਰਾਣਾ ਗੁਰਜੀਤ ਨੇ ਸੁਖਪਾਲ ਸਿੰਘ ਖਹਿਰਾ ਨੂੰ ਪਾਰਟੀ ਚੋਂ ਕੱਢਣ ਦੀ ਮੰਗ ਰੱਖ ਦਿੱਤੀ, ਹਾਈ ਕਮਾਂਡ ਨੂੰ ਚਿੱਠੀ ਲਿਖ ਦਿੱਤੀ ਜੀ। ਤਾਂ ਉਹ ਕੋਈ ਫਾਇਦਾ ਨਹੀਂ ਹੋਇਆ ਉਹਨਾਂ ਚਿੱਠੀਆਂ ਦਾ। ਉੱਥੇ ਹੀ ਤਸਵੀਰ ਉਵੇਂ ਦੀ ਉਵੇਂ ਹੈ। ਨਵਤੇਜ ਚੀਮਾ ਕਾਂਗਰਸ ਦੇ ਉਮੀਦਵਾਰ ਨੇ ਤੇ ਰਾਣਾ ਇੰਦਰ ਪ੍ਰਤਾਪ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜਨਗੇ। ਹੁਣ ਦੇਖਣਾ ਹੋਵੇਗਾ ਕਿ ਆਖਿਰਕਾਰ ਕੌਣ ਇਹਨਾਂ ਹਲਕਿਆਂ ਤੋਂ ਬਾਜ਼ੀ ਮਾਰਦਾ। ਹੁਣ ਗੱਲ ਕਰਦੇ ਹਾਂ ਅਗਲੇ ਹਲਕੇ ਦੀ, ਖਡੂਰ ਸਾਹਿਬ ਦੀ। ਖਡੂਰ ਸਾਹਿਬ ਤੋਂ ਆਜ਼ਾਦ ਚੋਣ ਮੈਦਾਨ ਦੇ ਵਿੱਚ ਨਿਤਰੇ ਹੋਏ ਨੇ ਰਾਜਨ ਗਿੱਲ, ਜਿਹੜੇ ਕਿ ਮੌਜੂਦਾ ਸੰਸਦ ਮੈਂਬਰ ਨੇ ਕਾਂਗਰਸ ਦੇ। ਖਡੂਰ ਸਾਹਿਬ ਤੋਂ ਜਸਬੀਰ ਡਿੰਪਾ ਉਹਨਾਂ ਦੇ ਭਰਾ ਨੇ। ਹਾਲਾਂਕਿ ਜਸਬੀਰ ਡਿੰਪਾ ਦੇ ਵੱਲੋਂ ਪਹਿਲਾਂ ਆਪਣੇ ਬੇਟੇ ਲਈ ਦਾਅਵੇਦਾਰੀ ਜਤਾਈ ਜਾ ਰਹੀ ਸੀ ਤੇ ਫਿਰ ਉਹਨਾਂ ਦੇ ਭਰਾ ਦੇ ਵੱਲੋਂ ਦਾਅਵੇਦਾਰੀ ਜਤਾਈ ਗਈ। ਜਸਬੀਰ ਡਿੰਪਾ ਦੀ ਕਿਤੇ ਨਾ ਕਿਤੇ ਨਾਰਾਜ਼ਗੀ ਵੀ ਨਜ਼ਰ ਆਈ ਤੇ ਆਖਿਰਕਾਰ ਉਹਨਾਂ ਦੇ ਰਾਜਨ ਗਿੱਲ ਜਿਹੜੇ ਸੰਸਦ ਜਸਬੀਰ ਡਿੰਪਾ ਦੇ ਭਰਾ ਨੇ, ਉਹਨਾਂ ਨੇ ਆਜ਼ਾਦ ਹੀ ਚੋਣ ਮੈਦਾਨ ਦੇ ਵਿੱਚ ਨਿਤਰਨ ਦਾ ਫੈਸਲਾ ਲਿਆ ਖਡੂਰ ਸਾਹਿਬ ਹਲਕੇ ਤੋਂ ਕਿ ਖਡੂਰ ਸਾਹਿਬ ਤੋਂ ਰਮਨਜੀਤ ਸਿੱਕੀ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ। ਬਿਲਕੁਲ, ਰਮਨਜੀਤ ਸਿੱਕੀ ਉਮੀਦਵਾਰ ਨੇ। ਰਾਜਨ ਗਿੱਲ ਦੇ ਨਾਲ ਅਸੀਂ ਗੱਲਬਾਤ ਵੀ ਕੀਤੀ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਵਰਕਰਾਂ ਦਾ ਫੈਸਲਾ ਸੀ, ਸਮਰਥਕਾਂ ਦਾ ਫੈਸਲਾ ਸੀ, ਜਿਸ ਕਰਕੇ ਉਹਨਾਂ ਨੇ ਚੋਣ ਲੜਨ ਦਾ ਫੈਸਲਾ ਕੀਤਾ। ਹਾਲਾਂਕਿ ਉਦੋਂ ਉਹਨਾਂ ਨੇ ਕਿਹਾ ਸੀ ਕਿ ਅਸੀਂ ਆਪਸ਼ਨਸ ਦੇਖ ਰਹੇ ਹਾਂ, ਤਾਂ ਉਹ ਆਪਸ਼ਨ ਕੋਈ ਨਹੀਂ, ਆਜ਼ਾਦ ਤੌਰ ਤੇ ਉਹਨਾਂ ਨੇ ਨੋਮੀਨੇਸ਼ਨ ਦਾਖਲ ਕਰ ਦਿੱਤੀ ਹੈ। ਤਾਂ ਜਸਬੀਰ ਡਿੰਪਾ ਐਮਪੀ ਨੇ ਕਾਂਗਰਸ ਦੇ, ਜਸਬੀਰ ਗਿੱਲ ਡਿੰਪਾ ਉਹਨਾਂ ਦੇ ਭਰਾ ਰਾਜਨ ਗਿੱਲ, ਉਹਨਾਂ ਨੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਕਾਗਜ਼ ਦਾਖਲ ਕਰ ਦਿੱਤੇ ਨੇ ਖਡੂਰ ਸਾਹਿਬ ਕੌਂਸਟੀਟੂਐਂਸੀ। ਖਡੂਰ ਸਾਹਿਬ ਤੁਹਾਨੂੰ ਪੂਰੀ ਪਿਕਚਰ ਦਿਖਾਉਂਦੇ ਹਾਂ ਕਿ ਖਡੂਰ ਸਾਹਿਬ ਹਲਕੇ ਦੇ ਵਿੱਚ ਕਾਂਗਰਸ ਵਰਸਸ ਕਾਂਗਰਸ ਹੈ ਕਿਵੇਂ। ਇੱਕ ਪਾਸੇ ਰਮਨਜੀਤ ਸਿੱਕੀ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ, ਰਮਨਜੀਤ ਸਿੱਕੀ ਨੂੰ ਤਾਂ ਕਾਂਗਰਸ ਨੇ ਟਿਕਟ ਦੇ ਦਿੱਤੀ, ਪਰ ਰਾਜਨ ਗਿੱਲ ਜਿਹੜੇ ਦਾਅਵੇਦਾਰੀ ਜਤਾ ਰਹੇ ਸਨ ਟਿਕਟ ਤਾਂ ਨਹੀਂ ਮਿਲੀ ਤੇ ਹੁਣ ਕਾਂਗਰਸ ਦੇ ਬਾਗੀ ਹੋ ਗਏ। ਹਲਕਾ ਖਡੂਰ ਸਾਹਿਬ ਦੇ ਵਿੱਚ ਹੁਣ ਕਾਂਗਰਸ ਵਰਸਸ ਕਾਂਗਰਸ ਨਜ਼ਰ ਆ ਰਿਹਾ ਤੇ ਸਿੱਧੇ ਤੌਰ ਤੇ ਇਹ ਵੀ ਸਵਾਲ ਬਣਦਾ ਹੈ ਕਿ ਇਸ ਦਾ ਕਿਸ ਨੂੰ ਫਾਇਦਾ ਹੋਵੇਗਾ, ਕਿਸ ਨੂੰ ਨੁਕਸਾਨ ਹੋਵੇਗਾ। ਅੱਛਾ, ਇਹ ਵੀ ਇੰਟਰਸਟਿੰਗ ਹੈ ਕਿ ਰਮਨਜੀਤ ਸਿੱਕੀ ਦਾ ਨਾਮ ਆਖਰੀ ਸੂਚੀ ਦੇ ਵਿੱਚ ਆਇਆ ਸੀ ਤਾਂ ਉਦੋਂ ਤੱਕ ਕੁਝ ਕਲੀਅਰ ਨਹੀਂ ਸੀ ਕਿ ਉਹਨਾਂ ਦੀ ਟਿਕਟ ਕੱਟੀ ਜਾ ਸਕਦੀ ਹੈ ਜਾਂ ਫਿਰ ਉਹਨਾਂ ਨੂੰ ਟਿਕਟ ਦੁਬਾਰਾ ਮਿਲੇਗੀ, ਇੰਤਜ਼ਾਰ ਸੀ। ਲੇਕਿਨ ਹੁਣ ਟਿਕਟ ਸਾਫ਼ ਹੋ ਗਈ। ਉਸ ਤੋਂ ਬਾਅਦ ਰਾਜਨ ਗਿੱਲ ਨੇ ਨੋਮੀਨੇਸ਼ਨ ਦਾਖਲ ਕਰ ਦਿੱਤਾ ਹੈ ਆਜ਼ਾਦ ਉਮੀਦਵਾਰ ਦੇ ਤੌਰ ਤੇ। ਤਾਂ ਕਾਂਗਰਸ 'ਚ ਕਾਫੀ ਸਾਰੀਆਂ ਸੀਟਾਂ ਨੇ ਜਿੱਥੇ ਕਿਸੇ ਨੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜਨ ਦਾ ਫੈਸਲਾ ਲਿਆ। ਕਈ ਅਜਿਹੇ ਆਗੂ ਨੇ ਜਿਨ੍ਹਾਂ ਨੇ ਪਾਰਟੀ ਬਦਲ ਲਈ ਤੇ ਕਈ ਅਜਿਹੇ ਆਗੂ ਨੇ ਜਿਨ੍ਹਾਂ ਨੇ ਅਜੇ ਚੁੱਪੀ ਧਾਰੀ ਹੋਈ, ਅੱਜ ਤੱਕ ਚੁੱਪੀ ਧਾਰੀ, ਖਾਮੋਸ਼ ਨੇ। ਉਹ ਖਾਮੋਸ਼ੀ ਅੱਗੇ ਕੀ ਰੂਪ ਧਾਰਨ ਕਰਦੀ ਹੈ ਇਹ ਵੀ ਅਜੇ ਸਵਾਲ ਹੈ। ਪਰ ਖਡੂਰ ਸਾਹਿਬ ਦੀ ਪਿਕਚਰ ਸਾਫ਼ ਹੈ ਕਿ ਕਾਂਗਰਸ ਵਰਸਸ ਕਾਂਗਰਸ ਹੀ ਨਜ਼ਰ ਆ ਰਿਹਾ ਹੈ। ਕਾਂਗਰਸੀ ਕਾਂਗਰਸੀਆਂ ਨੂੰ ਹਰਾਉਣ ਤੇ ਲੱਗੇ ਹੋਏ ਨੇ ਤੇ ਬਾਜ਼ੀ ਕੌਣ ਮਾਰਦਾ ਆਖਿਰਕਾਰ 2022 ਦੇ ਮੈਦਾਨ ਦੇ ਵਿੱਚ, ਇਹ ਵੀ 10 ਮਾਰਚ ਨੂੰ ਸਾਫ਼ ਹੋ ਜਾਵੇਗਾ। ਬਿਲਕੁਲ, ਤਾਂ ਕਈ ਹਲਕਿਆਂ ਦੀਆਂ ਤਸਵੀਰਾਂ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿੱਥੇ ਕਾਂਗਰਸ ਦੇ ਵਿੱਚ ਬਗਾਵਤ ਨਜ਼ਰ ਆ ਰਹੀ ਹੈ। ਅਗਲੀ ਅੰਗਦ ਸੈਣੀ ਕਾਂਗਰਸ ਦੇ ਵਿਧਾਇਕ ਸੀ, ਲੇਕਿਨ ਉਹਨਾਂ ਦੀ ਪਤਨੀ ਯੂਪੀ ਦੇ ਵਿੱਚ ਬੀਜੇਪੀ 'ਚ ਸ਼ਾਮਲ ਹੋ ਗਈ, ਜਿਸ ਤੋਂ ਬਾਅਦ ਇਹ ਲੱਗ ਰਿਹਾ ਸੀ ਕਿ ਸ਼ਾਇਦ ਉਹਨਾਂ ਦੀ ਟਿਕਟ ਕੱਟੀ ਜਾਏਗੀ ਤੇ ਆਖਰ ਦੇ ਵਿੱਚ ਤਸਵੀਰ ਸਾਫ਼ ਹੁੰਦੀ ਹੈ। ਅੰਗਦ ਸੈਣੀ ਨੂੰ ਟਿਕਟ ਨਹੀਂ ਮਿਲੀ। ਕਈ ਕਿਸਮ ਦੇ ਇਲਜ਼ਾਮ ਵੀ ਉਹਨਾਂ ਨੇ ਕਾਂਗਰਸ ਤੇ ਲਗਾਏ ਨੇ ਤੇ ਹੁਣ ਨਵਾਂ ਸ਼ਹਿਰ ਤੋਂ ਆਜ਼ਾਦ ਚੋਣ ਲੜਨਗੇ। ਹਾਲਾਂਕਿ ਅੰਗਦ ਸੈਣੀ ਦੇ ਵੱਲੋਂ ਪਹਿਲੀ ਸੂਚੀ ਦਾ ਇੰਤਜ਼ਾਰ ਕੀਤਾ ਗਿਆ। ਪਹਿਲੀ ਸੂਚੀ ਦੇ ਵਿੱਚ ਅੰਗਦ ਸੈਣੀ ਦਾ ਨਾਮ ਨਹੀਂ ਆਉਂਦਾ, ਦੂਜੀ ਸੂਚੀ ਜਾਰੀ ਕੀਤੀ ਜਾਂਦੀ ਹੈ, ਦੂਜੀ ਦੇ ਵਿੱਚ ਨਾਮ ਨਹੀਂ ਹੁੰਦਾ ਤੇ ਤੀਜੀ ਸੂਚੀ ਜਦੋਂ ਆਉਂਦੀ ਹੈ ਤਾਂ ਅੰਗਦ ਸੈਣੀ ਦਾ ਨਾਮ ਉਹਨਾਂ 8 ਉਮੀਦਵਾਰਾਂ ਦੇ ਵਿੱਚ ਨਹੀਂ ਸੀ। ਟਿਕਟ ਕਰ ਦਿੱਤੀ ਤੇ ਆਖਿਰਕਾਰ ਅੰਗਦ ਸੈਣੀ ਨੇ ਆਜ਼ਾਦ ਚੋਣ ਮੈਦਾਨ ਦੇ ਵਿੱਚ ਨਿਤਰਨ ਦਾ ਫੈਸਲਾ ਲਿਆ ਤੇ ਅੰਗਦ ਸੈਣੀ ਵੀ ਜਿਹੜੇ ਕਾਂਗਰਸ ਦੇ ਉਮੀਦਵਾਰ ਹੈ ਉਹਨਾਂ ਦੇ ਲਈ ਵੀ ਇੱਕ ਵੱਡੀ ਚੁਣੌਤੀ ਸਾਬਤ ਹੋ ਸਕਦੇ ਨੇ। ਬਿਲਕੁਲ, ਅੰਗਦ ਸੈਣੀ ਦੇ ਲਈ ਕਿਤੇ ਨਾ ਕਿਤੇ ਉਹ ਅਸੀਂ ਕਹਿ ਸਕਦੇ ਕਿ ਸਮਰਥਕ ਉਹਨਾਂ ਦੇ ਘਰ ਇਕੱਠੇ ਹੋਏ, ਜਿਸ ਕਿਸਮ ਦੇ ਨਾਲ ਸਪੋਰਟ ਉਹਨਾਂ ਨੂੰ ਦਿੱਤੀ ਗਈ ਕਿ ਇਹ ਗਲਤ ਹੋਇਆ। ਉਹਨਾਂ ਨੇ ਕਈ ਕਿਸਮ ਦੇ ਇਲਜ਼ਾਮ ਵੀ ਲਗਾਏ ਨੇ ਕਿ ਉਹਨਾਂ ਨੂੰ ਉਹਨਾਂ ਦੀ ਪਤਨੀ ਦੇ ਬਾਰੇ ਕੁਝ ਗਲਤ ਬਿਆਨ ਦਿਵਾਉਣਾ ਚਾਹਿਆ, ਲੇਕਿਨ ਉਹਨਾਂ ਨੇ ਉਹ ਬਿਆਨ ਨਹੀਂ ਦਿੱਤਾ, ਇਸ ਕਰਕੇ ਉਹਨਾਂ ਦੀ ਟਿਕਟ ਕੱਟੀ ਗਈ। ਕਈ ਕਿਸਮ ਦੇ ਇਲਜ਼ਾਮ ਉਹਨਾਂ ਨੇ ਲਗਾਏ ਤੇ ਹੁਣ ਆਜ਼ਾਦ ਚੋਣ ਲੜਨਗੇ। ਇਹ ਜ਼ਰੂਰ ਦੇਖਣਾ ਹੋਏਗਾ ਕਿ ਕਿਸ ਨੂੰ ਸਮਰਥਨ ਮਿਲਦਾ ਹੈ। ਪੂਰੀ ਪਿਕਚਰ ਵਿਖਾਉਂਦੇ ਹੁਣ ਨਵਾਂ ਸ਼ਹਿਰ ਦੀ ਆਪਣੇ ਆਪ ਦੇ ਵਿੱਚ ਬੜੀ ਦਿਲਚਸਪ ਹੈ। ਇੱਕ ਪਾਸੇ ਤਾਂ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਸਤਬੀਰ ਸੈਣੀ, ਕਿਉਂਕਿ ਅੰਗਦ ਸੈਣੀ ਦੀ ਟਿਕਟ ਕੱਟ ਕੇ ਸਤਬੀਰ ਸੈਣੀ ਨੂੰ ਟਿਕਟ ਦੇ ਦਿੱਤੀ ਤੀਜੀ ਸੂਚੀ ਦੇ ਵਿੱਚ ਤੇ ਜਿਸ ਤੋਂ ਬਾਅਦ ਹੋਇਆ ਕਿ ਅੰਗਦ ਸੈਣੀ ਬਾਗੀ ਹੋ ਗਏ। ਆਜ਼ਾਦ ਉਮੀਦਵਾਰ ਦੇ ਵਜੋਂ ਚੋਣ ਮੈਦਾਨ ਦੇ ਵਿੱਚ ਨਿਤਰੇ ਹੋਏ ਨੇ। ਹਲਕਾ ਨਵਾਂ ਸ਼ਹਿਰ ਦੇ ਵਿੱਚ ਵੀ ਕਾਂਗਰਸ ਵਰਸਸ ਕਾਂਗਰਸ ਨਜ਼ਰ ਆ ਰਿਹਾ ਹੈ ਤੇ ਸਵਾਲ ਇਹ ਹੈ ਅਰਸ਼ ਕਿ ਫਤਵਾ ਅੰਗਦ ਸੈਣੀ ਨੂੰ ਮਿਲਦਾ ਹੈ ਜਾਂ ਸਤਬੀਰ ਸੈਣੀ ਨੂੰ ਮਿਲਦਾ ਹੈ, ਕਿਉਂਕਿ ਇਹ 20 ਫਰਵਰੀ ਨੂੰ ਉਸੇ ਹਲਕੇ ਦੇ ਵੋਟਰ ਤੈਅ ਕਰਨਗੇ। ਕਾਫੀ ਯੰਗ ਉਮਰ ਦੇ ਵਿੱਚ ਅੰਗਦ ਸੈਣੀ ਉਮੀਦਵਾਰ ਸਨ। ਪਿਛਲੀ ਵਾਰ ਕਾਂਗਰਸ ਦੇ ਜਿੱਤ ਕੇ ਵਿਧਾਨ ਸਭਾ ਪਹੁੰਚੇ ਸੀ। ਇਸ ਤੋਂ ਪਹਿਲਾਂ ਉਹਨਾਂ ਨੇ ਸ਼ੁਕਰੀਆ ਵੀ ਅਦਾ ਕੀਤਾ ਕਿ ਉਹਨਾਂ ਦੇ ਪਰਿਵਾਰ ਨੂੰ ਕਾਂਗਰਸ ਨੇ ਇਹ ਮਾਣ ਬਖਸ਼ਿਆ ਜਾਂ ਉਮੀਦਵਾਰ ਉਹਨਾਂ ਨੂੰ ਬਣਾਇਆ ਗਿਆ।
ਲੇਕਿਨ ਇਸ ਵਾਰ ਜੋ ਹਾਲਾਤ ਬਣੇ, ਉਹਨਾਂ ਦੀ ਜੀ। ਪਤਨੀ ਅਦਿਤੀ ਸਿੰਘ ਉਹ ਯੂਪੀ ਦੇ ਵਿੱਚ ਬੀਜੇਪੀ ਚ ਸ਼ਾਮਲ ਹੋ ਗਏ ਨੇ, ਜਿਸ ਤੋਂ ਬਾਅਦ ਕਿਆਸ ਇਹੀ ਲਗਾਏ ਜਾ ਰਹੇ ਸੀ ਕਿ ਅੰਗਦ ਸੈਣੀ ਕਾਂਗਰਸ ਦੇ ਉਮੀਦਵਾਰ ਨਹੀਂ ਹੋਣਗੇ ਤੇ ਆਖਰੀ ਸੂਚੀ ਤੱਕ ਇੰਤਜ਼ਾਰ ਹੋਇਆ, ਲੇਕਿਨ ਆਖਰੀ ਸੂਚੀ ਦੇ ਵਿੱਚ ਵੀ ਅੰਗਦ ਸੈਣੀ ਦਾ ਨਾਮ ਨਹੀਂ ਅਗਲੇ ਸੀ। ਹਲਕੇ ਦੀ ਗੱਲ ਸਤਬੀਰ ਕਰਦੇ ਹਾਂ ਸੈਣੀ, ਅਗਲੇ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਉਮੀਦਵਾਰ ਸਨ। ਸਮਰਾਲੇ ਦੀ ਗੱਲ ਕਰਦੇ ਹਾਂ। ਸਮਰਾਲਾ ਦੇ ਵਿੱਚ ਵੀ ਉਹੀ ਹਾਲਾਤ ਨੇ, ਕਾਂਗਰਸ ਦੇ ਬਾਗੀ ਹੋ ਗਏ ਅਮਰੀਕ ਸਿੰਘ ਢਿੱਲੋਂ, ਜਿਹੜੇ ਕਿ ਮੌਜੂਦਾ ਕਾਂਗਰਸ ਦੇ ਵਿਧਾਇਕ ਨੇ, ਪਰ ਟਿਕਟ ਨਹੀਂ ਦਿੱਤੀ, ਟਿਕਟ ਕਰ ਦਿੱਤੀ, ਜਿਸ ਤੋਂ ਬਾਅਦ ਚ ਆਜ਼ਾਦ ਚੋਣ ਮੈਦਾਨ ਦੇ ਵਿੱਚ ਅਮਰੀਕ ਢਿੱਲੋਂ ਨੇ ਨਿਤਰਨ ਦਾ ਫੈਸਲਾ ਲੈ ਲਿਆ। ਬਿਲਕੁਲ, ਅਮਰੀਕ ਸਿੰਘ ਢਿੱਲੋਂ ਦੇ ਨਾਲ ਗੱਲਬਾਤ ਵੀ ਕੀਤੀ ਗਈ ਸੀ ਤਾਂ ਬਹੁਤ ਨਾਰਾਜ਼ਗੀ ਉਹਨਾਂ ਦੇ ਵੱਲੋਂ ਜਤਾਈ ਗਈ ਸੀ ਤੇ ਹੁਣ ਸਮਰਾਲਾ ਤੋਂ ਉਹ ਵੀ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜਨਗੇ ਤਾਂ ਕਾਫੀ ਚਿਹਰੇ ਨੇ ਕਾਂਗਰਸ ਦੇ ਵਿੱਚ ਜਿਨ੍ਹਾਂ ਨੇ ਸਿੱਧੀ ਨਾਰਾਜ਼ਗੀ, ਇਹਨਾਂ ਦੇ ਵੱਲੋਂ ਕਾਂਗਰਸ ਪਾਰਟੀ ਨਹੀਂ ਛੱਡੀ ਗਈ, ਕਾਂਗਰਸ ਦਾ ਪੱਲਾ ਵੀ ਨਹੀਂ ਛੱਡਿਆ ਗਿਆ, ਲੇਕਿਨ ਆਜ਼ਾਦ ਚੋਣ ਮੈਦਾਨ ਦੇ ਵਿੱਚ ਇਹ ਵੀ ਆਪਣੇ ਆਪ ਦੇ ਵਿੱਚ ਬੜਾ ਅਹਿਮ ਸਵਾਲ ਹੈ ਕਿ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਵੀ ਨਹੀਂ ਦਿੱਤਾ ਤੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਨੇ ਕਾਂਗਰਸ ਦੇ ਉਮੀਦਵਾਰ ਦੇ ਖਿਲਾਫ। ਇਹ ਵੀ ਹੁਣ ਦੇਖਣਾ ਹੋਵੇਗਾ ਕਿ ਹੌਲੀ-ਹੌਲੀ ਆਪਣੀ ਸਥਿਤੀ ਕਿਵੇਂ ਸਪਸ਼ਟ ਕਰਦੇ ਨੇ। ਬਿਲਕੁਲ, ਕਈ ਚਿਹਰੇ ਨੇ, ਪਾਰਟੀ ਕੀ ਇਹਨਾਂ ਨੂੰ ਲੈ ਕੇ ਕੋਈ ਐਕਸ਼ਨ ਲੈਂਦੀ ਹੈ ਇਹ ਵੀ ਜ਼ਰੂਰ ਵੇਖਣ ਵਾਲਾ ਹੋਏਗਾ। ਤਾਂ ਇਹ ਤਸਵੀਰ ਹੈ ਸਮਰਾਲਾ ਹਲਕੇ ਦੀ, ਜਿੱਥੇ ਰਾਜਾ ਗਿੱਲ ਕਾਂਗਰਸ ਦੇ ਉਮੀਦਵਾਰ ਨੇ, ਇਹ ਵੀ ਟ੍ਰੈਡੀਸ਼ਨਲ ਕਾਂਗਰਸੀ ਫੈਮਿਲੀ ਤੋਂ ਨੇ। ਰਾਜਾ ਗਿੱਲ ਨੂੰ ਉਮੀਦਵਾਰ ਐਲਾਨਿਆ ਗਿਆ ਹੈ ਤੇ ਅਮਰੀਕ ਸਿੰਘ ਢਿੱਲੋਂ ਉਹਨਾਂ ਦੇ ਮੁਕਾਬਲੇ ਦੇ ਵਿੱਚ ਖੜੇ ਨੇ, ਜੋ ਕਿ ਮੌਜੂਦਾ ਵਿਧਾਇਕ ਨੇ। ਇਸ ਵਾਰ ਉਹਨਾਂ ਨੂੰ ਉਮੀਦਵਾਰੀ ਨਹੀਂ ਦਿੱਤੀ ਗਈ ਤੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਰਾਜਾ ਗਿੱਲ ਦੇ ਮੁਕਾਬਲੇ ਦੇ ਵਿੱਚ ਖੜੇ ਹੋ ਗਏ ਨੇ। ਸਾਫ਼ ਨਜ਼ਰ ਆ ਰਿਹਾ ਹਲਕਾ ਸਮਰਾਲਾ ਦੇ ਵਿੱਚ ਕਾਂਗਰਸ ਉਮੀਦਵਾਰ ਵਰਸਸ ਕਾਂਗਰਸ ਦੇ ਬਾਗੀ, ਰਾਜਾ ਗਿੱਲ ਵਰਸਸ ਅਮਰੀਕ ਸਿੰਘ ਢਿੱਲੋਂ। ਹੁਣ ਦੇਖਣਾ ਹੋਵੇਗਾ ਕਿ ਬਾਜ਼ੀ ਕੌਣ ਮਾਰਦਾ ਹੈ ਤੇ ਜਾਂ ਕਾਂਗਰਸ ਦੇ ਬਾਗੀ ਅਮਰੀਕ ਸਿੰਘ ਢਿੱਲੋਂ ਨੇ ਇਹ ਕਿੰਨਾ ਕੁ ਇਸ ਦੇ ਨਾਲ ਕਾਂਗਰਸ ਦੇ ਉਮੀਦਵਾਰ ਰਾਜਾ ਗਿੱਲ ਨੂੰ ਨੁਕਸਾਨ ਹੁੰਦਾ ਹੈ। ਪਰ ਵਾਰ-ਵਾਰ ਅਸੀਂ ਜ਼ਿਕਰ ਵੀ ਕਰ ਰਹੇ ਹਾਂ ਕਿ ਜਿਹੜਾ ਬਗਾਵਤ ਹੈ ਉਹ ਤਾਂ ਆਊਟ ਆਫ ਕੰਟਰੋਲ ਨਜ਼ਰ ਆ ਰਹੀ ਹੈ, ਪਰ ਡੈਮੇਜ ਕੰਟਰੋਲ ਉਸ ਪੱਧਰ ਦਾ ਕਰਨ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਗਈ, ਇਹ ਵੀ ਸਵਾਲ ਤਾਂ ਜ਼ਰੂਰ ਖੜੇ ਹੁੰਦੇ ਨੇ। ਬਿਲਕੁਲ, ਇਹ ਵੱਡਾ ਸਵਾਲ ਹੈ। ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਕਿ ਕਾਂਗਰਸ 'ਚ ਇਸ ਕਿਸਮ ਦੀਆਂ ਚੀਜ਼ਾਂ ਦੇਖਣ ਨੂੰ ਮਿਲਣ, ਕਿਉਂਕਿ ਹਰ ਸੀਟ ਦੇ ਉੱਤੇ ਤਕਰੀਬਨ 10-10 ਦਾਅਵੇਦਾਰੀਆਂ ਕਾਂਗਰਸ ਦੇ ਵਿੱਚ ਦੇਖੀਆਂ ਜਾਂਦੀਆਂ ਨੇ, ਲੇਕਿਨ ਇਸ ਕਿਸਮ ਦੀ ਨਾਰਾਜ਼ਗੀ ਕਿ ਆਪਣੇ ਹੀ ਪਾਰਟੀ ਦੇ ਉਮੀਦਵਾਰ ਦੇ ਬਰਾਬਰ ਖੜੇ ਹੋ ਜਾਣਾ ਹੈ, ਕਿਤੇ ਨਾ ਕਿਤੇ ਡੈਮੇਜ ਕੰਟਰੋਲ ਨਹੀਂ ਹੋਇਆ। ਅਗਲੇ ਦੀ ਗੱਲ ਕਰਦੇ ਹਾਂ ਸੁਨਾਮ ਦੀ। ਸੁਨਾਮ ਤੋਂ ਦਾਮਨ ਥਿੰਦ ਬਾਜਵਾ, ਜਿਹੜੇ ਕਿ ਸੁਨਾਮ ਹਲਕੇ ਤੋਂ ਟਿਕਟ ਦੀ ਦਾਅਵੇਦਾਰੀ ਜਤਾ ਰਹੇ ਸਨ, ਪਰ ਉਹਨਾਂ ਨੂੰ ਟਿਕਟ ਨਹੀਂ ਦਿੱਤੀ, ਟਿਕਟ ਕਰ ਦਿੱਤੀ ਕਿਉਂਕਿ 2017 ਦੇ ਵਿੱਚ ਹੀ ਚੋਣ ਲੜਦੇ ਨੇ। ਹਾਲਾਂਕਿ ਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਦਾਮਨ ਥਿੰਦ ਬਾਜਵਾ ਦੇ ਵੱਲੋਂ ਵੀ ਸੁਨਾਮ ਤੋਂ ਆਜ਼ਾਦ ਚੋਣ ਮੈਦਾਨ ਦੇ ਵਿੱਚ ਲੜਾਈ ਲੜਨ ਦਾ ਫੈਸਲਾ ਲਿਆ ਗਿਆ। ਬਿਲਕੁਲ, ਦਾਮਨ ਥਿੰਦ ਬਾਜਵਾ ਕਾਫੀ ਨਾਰਾਜ਼ ਨਜ਼ਰ ਆਏ ਸੀ। 2017 ਚ ਉਹਨਾਂ ਨੇ ਚੋਣ ਲੜੀ ਸੀ, ਹਾਰ ਗਏ ਸੀ, ਲੇਕਿਨ ਪਿਛਲੇ 5 ਸਾਲਾਂ ਤੋਂ ਉਸੇ ਹਲਕੇ ਦੇ ਵਿੱਚ ਕੰਮ ਕਰਦੇ ਨਜ਼ਰ ਆ ਰਹੇ ਸੀ ਤੇ ਇਹ ਉਮੀਦਵਾਰੀ ਦਾਅਵੇਦਾਰੀ ਉਹਨਾਂ ਦੇ ਵੱਲੋਂ ਜਤਾਈ ਗਈ ਸੀ ਕਿ ਉਹੀ ਉਮੀਦਵਾਰ ਹੋਣਗੇ, ਲੇਕਿਨ ਜਦ ਉਮੀਦਵਾਰਾਂ ਦਾ ਐਲਾਨ ਹੁੰਦਾ ਹੈ ਤਾਂ ਉਮੀਦਵਾਰ ਕੋਈ ਹੋਰ ਨਿਕਲ ਕੇ ਆਉਂਦੇ ਨੇ। ਸੁਰਜੀਤ ਧਮਾਨ, ਜੋ ਕਿ ਅਮਰਗੜ੍ਹ ਤੋਂ ਵਿਧਾਇਕ ਸਨ, ਉਹਨਾਂ ਦੇ ਬੇਟੇ ਜਸਵਿੰਦਰ ਧਮਾਨ ਨੂੰ ਸੁਨਾਮ ਤੋਂ ਟਿਕਟ ਦੇ ਦਿੱਤੀ ਜਾਂਦੀ ਹੈ। ਧਮਾਨ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਤੇ ਇਸੇ ਕਰਕੇ ਹੁਣ ਹਲਕਾ ਸੁਨਾਮ ਦੇ ਵਿੱਚ ਵੀ ਕਾਂਗਰਸ ਵਰਸਸ ਕਾਂਗਰਸ ਨਜ਼ਰ ਆ ਰਿਹਾ ਹੈ। ਇੱਕ ਪਾਸੇ ਕਾਂਗਰਸ ਪਾਰਟੀ ਦੇ ਉਮੀਦਵਾਰ ਜਿਨ੍ਹਾਂ ਨੂੰ ਟਿਕਟ ਮਿਲ ਗਈ ਜਸਵਿੰਦਰ ਧਮਾਨ, ਹਾਲਾਂਕਿ ਹਲਕਾ ਜ਼ਰੂਰ ਬਦਲਿਆ, ਉਹਨਾਂ ਦੇ ਪੁੱਤਰ ਨੂੰ ਟਿਕਟ ਦੇ ਦਿੱਤੀ, ਪਰ ਹੁਣ ਦਾਮਨ ਥਿੰਦ ਬਾਜਵਾ ਦੇ ਵੱਲੋਂ ਹੀ ਉਹਨਾਂ ਦੇ ਖਿਲਾਫ ਮੋਰਚਾ ਖੋਲ ਦਿੱਤਾ। ਕਾਂਗਰਸ ਦੇ ਬਾਗੀ ਹੋ ਗਏ ਤੇ ਆਜ਼ਾਦ ਉਮੀਦਵਾਰ ਦੇ ਵਿੱਚ ਚੋਣ ਲੜ ਰਹੇ ਨੇ, ਪਰ ਪਾਰਟੀ ਦਾਮਨ ਥਿੰਦ ਬਾਜਵਾ ਨੇ ਵੀ ਨਹੀਂ ਛੱਡੀ। ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਇਹਨਾਂ ਨੇ ਨਹੀਂ ਦਿੱਤਾ, ਪਰ ਕਾਂਗਰਸ ਪਾਰਟੀ ਦੇ ਉਮੀਦਵਾਰ ਦੇ ਖਿਲਾਫ ਚੋਣ ਜ਼ਰੂਰ ਲੜ ਰਹੇ ਨੇ। ਬਿਲਕੁਲ, ਤਾਂ ਜਸਵਿੰਦਰ ਧਮਾਨ ਪਹਿਲੀ ਵਾਰ ਚੋਣ ਲੜਨਗੇ। ਉਹਨਾਂ ਦੇ ਪਿਤਾ ਚੋਣ ਲੜਦੇ ਸੀ ਅਮਰਗੜ੍ਹ ਤੋਂ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਸਮਿਤ ਸਿੰਘ ਨੂੰ ਟਿਕਟ ਦਿੱਤੀ ਗਈ ਹੈ ਤੇ ਦਾਮਨ ਬਾਜਵਾ ਨੇ ਕਿਹਾ ਕਿ ਚਹੇਤਿਆਂ ਨੂੰ ਐਡਜਸਟ ਕੀਤਾ ਗਿਆ ਹੈ ਤੇ ਮੇਰੀ ਉਮੀਦਵਾਰੀ ਕੱਟ ਕੇ ਜਸਵਿੰਦਰ ਧਮਾਨ ਨੂੰ ਬਾਹਰੋਂ ਲਿਆ ਕੇ ਇਸ ਹਲਕੇ ਦੇ ਵਿੱਚ ਖੜਾ ਕਰ ਦਿੱਤਾ ਗਿਆ ਤੇ ਇਸ ਨੂੰ ਲੈ ਕੇ ਦਾਮਨ ਥਿੰਦ ਬਾਜਵਾ ਨੇ ਬਹੁਤ ਨਾਰਾਜ਼ਗੀ ਜਤਾਈ, ਸਮਰਥਕਾਂ ਦਾ ਇਕੱਠ ਕੀਤਾ ਤੇ ਹੁਣ ਆਜ਼ਾਦ ਚੋਣ ਲੜਨਗੇ, ਯਾਨੀ ਕਿ ਕਾਂਗਰਸ ਵਰਸਸ ਕਾਂਗਰਸ ਇਸ ਹਲਕੇ ਦੇ ਵਿੱਚ ਵੀ, ਸੁਨਾਮ ਦੇ ਵਿੱਚ ਵੀ ਨਜ਼ਰ ਆਏਗਾ। ਬਿਲਕੁਲ, ਤੇ ਸਮਿਤ ਸਿੰਘ ਹੀ ਇੱਕ ਵੱਡੀ ਵਜ੍ਹਾ ਸੀ ਕਿ ਜਿਸ ਕਰਕੇ ਹਲਕਾ ਬਦਲਿਆ ਗਿਆ। ਜਸਵਿੰਦਰ ਧਮਾਨ ਨੂੰ ਸੁਨਾਮ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਤੇ ਦਾਮਨ ਥਿੰਦ ਬਾਜਵਾ ਨੇ ਸਿੱਧੇ ਤੌਰ ਤੇ ਹੁਣ ਬਾਗੀ ਸੁਰ ਅਪਣਾਏ ਤੇ ਆਜ਼ਾਦ ਉਮੀਦਵਾਰ ਦੇ ਵਜੋਂ ਦਾਮਨ ਥਿੰਦ ਬਾਜਵਾ ਦੇ ਵੱਲੋਂ ਚੋਣ ਲੜੀ ਜਾ ਰਹੀ ਹੈ। ਤੇ ਅੱਗੇ ਵਧਦੇ ਹਾਂ, ਅਜੈਬ ਭੱਟੀ ਮਲੋਟ ਤੋਂ ਕਾਂਗਰਸ ਦੇ ਵਿਧਾਇਕ ਨੇ। ਇਸ ਵਾਰ ਇਹਨਾਂ ਨੂੰ ਟਿਕਟ ਨਹੀਂ ਮਿਲੀ ਤੇ ਭਦੌੜ ਤੋਂ ਮੁੱਖ ਮੰਤਰੀ ਦੇ ਖਿਲਾਫ ਆਪਣੀ ਪਤਨੀ ਨੂੰ ਉਤਾਰਿਆ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਭਦੌੜ ਤੋਂ ਵੀ ਚੋਣ ਲੜ ਰਹੇ ਨੇ, ਚਮਕੌਰ ਸਾਹਿਬ ਤੋਂ ਵੀ, ਤੇ ਇਹਨਾਂ ਨੂੰ ਟਿਕਟ ਮਲੋਟ ਤੋਂ ਨਹੀਂ ਦਿੱਤੀ ਗਈ। ਰੁਪਿੰਦਰ ਰੂਬੀ ਨੂੰ ਟਿਕਟ ਦਿੱਤੀ ਗਈ ਹੈ ਮਲੋਟ ਤੋਂ, ਜੋ ਕਿ ਆਮ ਆਦਮੀ ਪਾਰਟੀ ਤੋਂ ਕਾਂਗਰਸ 'ਚ ਸ਼ਾਮਲ ਹੋਏ, ਤੇ ਭਦੌੜ ਤੋਂ ਇਹਨਾਂ ਨੇ ਸੀਐਮ ਚੰਨੀ ਦੇ ਖਿਲਾਫ ਆਪਣੀ ਪਤਨੀ ਨੂੰ ਉਤਾਰਿਆ ਹੈ। ਬਿਲਕੁਲ, ਭਦੌੜ ਵੀ ਆਪਣੇ ਆਪ ਦੇ ਵਿੱਚ ਬਹੁਤ ਖਾਸ ਹੈ ਕਿ ਹਲਕਾ ਵੀ ਕਿਹੜਾ ਚੁਣਿਆ ਕਿ ਜਿੱਥੋਂ ਮੌਜੂਦਾ ਸੀਐਮ ਚਰਨਜੀਤ ਚੰਨੀ ਚੋਣ ਲੜ ਰਹੇ ਨੇ। ਹਾਲਾਂਕਿ ਚਮਕੌਰ ਸਾਹਿਬ ਤੋਂ ਵੀ ਚੋਣ ਮੈਦਾਨ ਦੇ ਵਿੱਚ ਨੇ ਚਰਨਜੀਤ ਚੰਨੀ, ਭਦੌੜ ਤੋਂ ਵੀ ਚੋਣ ਲੜ ਰਹੇ ਨੇ ਤੇ ਭਦੌੜ ਤੋਂ ਹੀ ਸੀਐਮ ਚੰਨੀ ਦੇ ਖਿਲਾਫ
ਅਜੈਬ ਸਿੰਘ ਪੱਟੀ ਜਿਹੜੇ ਕਾਂਗਰਸ ਦੇ ਮੌਜੂਦਾ ਵਿਧਾਇਕ ਉਹਨਾਂ ਦੇ ਵੱਲੋਂ ਆਪਣੀ ਪਤਨੀ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ। ਲੇਕਿਨ ਇਹ ਇੱਕ ਵੱਡੀ ਨਾਰਾਜ਼ਗੀ ਮੰਨੀ ਜਾ ਸਕਦੀ ਹੈ ਕਿਉਂਕਿ ਕਿਸੇ ਹੋਰ ਉਮੀਦਵਾਰ ਦੇ ਖਿਲਾਫ ਆਜ਼ਾਦ ਉਤਰਨਾ ਤਾਂ ਮੰਨਿਆ ਜਾ ਸਕਦਾ ਹੈ, ਲੇਕਿਨ ਮੁੱਖ ਮੰਤਰੀ ਦੇ ਖਿਲਾਫ ਇਹਨਾਂ ਦੀ ਪਤਨੀ ਮੈਦਾਨ ਦੇ ਵਿੱਚ ਉਤਰ ਰਹੇ ਨੇ ਕਿਉਂਕਿ ਉੱਥੋਂ ਜਿਹੜੇ ਮੌਜੂਦਾ ਵਿਧਾਇਕ ਨੇ ਭਦੌੜ ਤੋਂ ਪਿਰਮਲ ਸਿੰਘ ਧੌਲਾ ਉਹਨਾਂ ਨੂੰ ਕਿਤੇ ਨਾ ਕਿਤੇ ਮਨਾਇਆ ਗਿਆ। ਮੁੱਖ ਮੰਤਰੀ ਉਹਨਾਂ ਦੇ ਘਰ ਗਏ, ਨੋਮੀਨੇਸ਼ਨ ਫਾਈਲ ਜਦੋਂ ਕੀਤਾ ਜਾਂਦਾ ਉਹ ਵੀ ਨਾਲ ਲੈ ਕੇ ਜਾਂਦੇ ਨੇ ਉਹਨਾਂ ਨੂੰ।